ਪਹਿਲਾ ਕੁਰਿੰਥੀਆਂ ਦੂਜਾ ਅਧਿਆਇ ਤੇ ਉਹਦੀ 12 ਆਇਤ। ਇੱਥੇ ਲਿਖਿਆ, ਪਰ ਸਾਨੂੰ ਜਗਤ ਦਾ ਆਤਮਾ ਨਹੀਂ, ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ਵਰ ਤੋਂ ਹੈ, ਤਾਂ ਜੋ ਅਸੀਂ ਉਹਨਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ਵਰ ਨੇ ਸਾਨੂੰ ਬਖਸ਼ੇ ਹਨ। ਦੀ ਕਿਤਾਬ ਜਿਹੜੀ ਹੈਗੀ ਆ ਪਹਿਲਾ ਕੁਰਿੰਥੀਆਂ ਨੂੰ ਲਿਖੀ ਗਈ, ਇਹ ਉਸ ਵੇਲੇ ਲਿਖੀ ਗਈ ਜਦੋਂ ਉਹ ਜਗ੍ਹਾ ਦੇ ਉੱਤੇ ਕੀ ਆ ਧੜੇਬਾਜ਼ੀਆਂ ਕੀਆਂ ਹੋਣ ਲੱਗ ਪਈਆਂ ਸੀ। ਕੋਈ ਕਹਿੰਦਾ ਮੈਂ ਅਪਲੂਸ ਦਾ ਆ, ਕੋਈ ਕਹਿੰਦਾ ਮੈਂ ਅਪਲੂਸ ਦਾ ਆ, ਕੋਈ ਕਹਿੰਦਾ ਮੈਂ ਕਿਸੇ ਦਾ ਆ, ਕੋਈ ਕਹਿੰਦਾ ਮੈਂ ਕਿਸੇ ਦਾ ਆ। ਜਿਸ ਤਰ੍ਹਾਂ ਅੱਜ ਕੱਲ ਵੀ ਇਹ ਚੀਜ਼ਾਂ ਕੀ ਆ ਹੁੰਦੀਆਂ ਆ। ਪਰ ਪੌਲੁਸ ਇੱਥੇ ਕਹਿੰਦਾ ਵੀ ਤੁਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਕਿਉਂ ਦਿੰਦੇ ਹੈਗੇ ਆ? ਕਿਉਂਕਿ ਕਈ ਵਾਰੀ ਧਿਆਨ ਕਿਹਨਾਂ ਚੀਜ਼ਾਂ ਵੱਲ ਆ, ਉਹ ਮੇਰਾ ਪਾਸਟਰ ਆ, ਉਹ ਤੁਹਾਡਾ ਪਾਸਟਰ ਆ, ਉਹ ਮੇਰੀਆਂ ਭੇਡਾਂ ਆ, ਉਹ ਤੁਹਾਡੀਆਂ ਭੇਡਾਂ, ਆਹੀ ਕੰਮ ਦੇ ਮਗਰ ਚਲੇ ਜਾਂਦਾ। ਕਈ ਵਾਰੀ ਇੱਕ ਪਾਸਟਰ, ਇੱਕ ਬ੍ਰਦਰ, ਮੇਰਾ ਬ੍ਰਦਰ ਹੀ ਆ, ਤੇ ਬ੍ਰਦਰ ਉਹ ਕਹਿੰਦਾ ਮੇਰੇ ਚੇਲੇ ਅੱਜ ਢੋਲਕੀ ਵਜਾਉਣਗੇ, ਮੇਰੇ ਚੇਲੇ। ਮੇਰੀ ਸਮਝ ਤੋਂ ਬਾਹਰ ਇਹ ਗੱਲਾਂ। ਚੇਲੇ ਯਿਸੂ ਮਸੀਹ ਦੇ ਬਣਨਾ ਅਸੀਂ, ਜੋ ਸਿੱਖਿਆ ਜਿਹੜੀ ਅਸੀਂ ਯਿਸੂ ਤੋਂ ਲੈਣੀ ਹੈਗੀ ਆ, ਇੱਕ ਦੂਸਰੇ ਨੂੰ ਅਸੀਂ ਕਿੰਨਾ ਕੁ ਸਿਖਾ ਸਕਦੇ ਹੈਗੇ ਆ। ਤਾਂ ਹਰ ਵੇਲੇ ਤਾਂ ਖੁਦ ਅਸੀਂ ਸਹੀ ਨਹੀਂ ਹੁੰਦੇ, ਕਈ ਵਾਰੀ ਪ੍ਰਚਾਰ ਵੀ ਕਰਦੇ 100 ਗਲਤੀਆਂ ਹੋ ਜਾਂਦੀਆਂ, ਕਈ ਵਾਰੀ ਹੋ ਜਾਂਦੀਆਂ ਗਲਤੀਆਂ, ਤੇ ਉੱਥੇ ਫਿਰ ਬਾਅਦ ਸੌਰੀ ਵੀ ਮੰਗਣੀ ਪੈਂਦੀ ਆ, ਕਿਉਂਕਿ ਅਸੀਂ ਗਲਤ ਹੋ ਸਕਦੇ ਹੈਗੇ। ਪਰਮੇਸ਼ਵਰ ਕਦੀ ਗਲਤ ਨਹੀਂ। ਸੋ ਅਸੀਂ ਜੋ ਸਿੱਖਣਾ ਹੈਗਾ ਆ ਉਹ ਪਰਮੇਸ਼ਵਰ ਤੋਂ ਸਿੱਖਣਾ ਆ, ਬਲਕਿ ਅਸੀਂ ਦੁਨੀਆ ਨੂੰ ਆਪਣੇ ਚੇਲੇ ਨਹੀਂ ਬਣਾਉਣਾ, ਉਹਨਾਂ ਨੂੰ ਅਸੀਂ ਯਿਸੂ ਮਸੀਹ ਦੇ ਚੇਲੇ ਬਣਾਉਣਾ, ਹਨਾ। ਪਰ ਉੱਥੇ ਕੀ ਸੀਗਾ, ਲੋਕ ਕਹਿਣ ਲੱਗ ਪਏ ਮੈਂ ਪੌਲੁਸ ਦਾ ਆ, ਮੈਂ ਕੀ ਆ, ਪੌਲੁਸ ਦਾ ਆ। ਸਾਡੇ ਇੱਕ ਬ੍ਰਦਰ ਆ, ਸਾਡੇ ਇੱਥੇ ਨਜ਼ਦੀਕ ਹੀ ਆ, ਤੇ ਮੇਰੀ ਇੱਕ ਵਾਰੀ ਉਹਨਾਂ ਨਾਲ ਗੱਲ ਹੋਈ। ਅਸੀਂ ਪ੍ਰੋਗਰਾਮ ਫੰਕਸ਼ਨ ਸੈੱਟ ਕੀਤਾ, ਤੇ ਅਸੀਂ ਫੰਕਸ਼ਨ ਹੈ, ਸੋ ਸੈਮੀਨਾਰ ਅਸੀਂ ਕਰ ਰਹੇ ਹਾਂ ਵੀ ਬ੍ਰਦਰ ਜੀ ਤੁਸੀਂ ਆਇਓ। ਤੇ ਬ੍ਰਦਰ ਜੀ ਥੋੜਾ ਜਿਹਾ ਐਕਸਾਈਟਡ, ਜਿੱਦਾਂ ਥੋੜਾ ਗੁੱਸੇ ਵਿੱਚ ਸੀਗੇ, ਤੇ ਹਾਈਪਰ ਸੀ ਥੋੜਾ ਜਿਹਾ, ਤੇ ਕਹਿੰਦੇ ਵੀ ਜੀ ਇਹ ਸਾਰੀਆਂ ਮੇਰੀਆਂ ਭੇਡਾਂ, ਹਨਾ। ਉਹ ਬੰਦਾ ਮੇਰੀਆਂ ਭੇਡਾਂ ਪੱਟ ਕੇ ਲੈ ਗਿਆ, ਪੰਜਾਬੀ ਬੋਲੀ ਜੀ, ਕਹਿੰਦੇ ਪੱਟ ਕੇ ਲੈ ਗਿਆ ਜੀ, ਪੱਟ ਕੇ ਲੈ ਗਿਆ। ਮੈਂ ਕਿਹਾ ਵੀ ਇਹ ਦਰਖਤ ਕੋਈ ਬੂਟਾ ਸੀਗਾ ਜਿਹੜਾ ਪੱਟ ਕੇ ਲੈ ਗਿਆ, ਜਾਂ ਪਲਾਂਟ ਸੀਗਾ ਇਹ ਪੱਟ ਕੇ ਲੈ ਗਿਆ? ਸੋ ਕੀ ਜਦੋਂ ਫਿਰ ਮੈਂ ਉਹਨਾਂ ਨੂੰ ਦੱਸਿਆ, ਕਹਿੰਦੇ ਮੇਰੀਆਂ ਭੇਡਾਂ ਹਨਾ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਵੀ ਜਿਹੜੀਆਂ ਭੇਡਾਂ ਤੁਹਾਡੀਆਂ ਸੀਗੀਆਂ ਨਾ, ਉਸ ਤੋਂ ਪਹਿਲਾਂ ਇਹ ਮੇਰੀਆਂ ਭੇਡਾਂ ਸੀਗੀਆਂ, ਹਨਾ। ਤੇ ਜਦੋਂ ਮੈਂ ਇਸ ਤਰ੍ਹਾਂ ਕਿਹਾ ਵੀ ਇਹ ਜਿਹੜੀਆਂ ਸੀਗੀਆਂ ਇਹ ਭੇਡਾਂ ਕੀ ਆ, ਮੇਰੀਆਂ ਭੇਡਾਂ ਸੀਗੀਆਂ, ਪਰ ਫਿਰ ਮੈਂ ਕਿਹਾ, ਮੈਂ ਉਹਨੂੰ ਦੱਸਿਆ, ਮੈਂ ਕਿਹਾ ਪਰ ਉਸ ਤੋਂ ਪਹਿਲਾਂ ਇਹ ਤਾਂ ਇਸ ਪਾਸਟਰ ਦੀਆਂ ਭੇਡਾਂ ਸੀ ਮੇਰੇ ਤੋਂ ਪਹਿਲਾਂ, ਪਰ ਉਸ ਤੋਂ ਪਹਿਲਾਂ ਇਹ ਦੂਸਰੇ ਪਾਸਟਰ ਦੀਆਂ ਭੇਡਾਂ ਸੀਗੀਆਂ, ਉਸ ਤੋਂ ਪਹਿਲਾਂ ਉਹਦੀਆਂ ਭੇਡਾਂ ਸੀਗੀਆਂ। ਮੈਂ ਕਿਹਾ ਜੇ ਸਾਰੀਆਂ ਭੇਡਾਂ ਕੋਈ ਉਹਦੀ ਆ, ਕੋਈ ਉਹਦੀ ਆ, ਤਾਂ ਯਿਸੂ ਦੀ ਭੇਡ ਕਿਹੜੀ ਹੈ? ਅਸੀਂ ਯਿਸੂ ਦੇ ਕਦੋਂ ਬਣਨਾ ਹੈ? ਅਸੀਂ ਤਾਂ ਇਹ ਦੁਨਿਆਵੀ ਗੱਲਾਂ ਆ। ਸੋ ਜੋ ਪੌਲੁਸ ਆ ਉਹ ਵੀ ਉਹਨਾਂ ਨੂੰ ਇਹੀ ਗੱਲ ਸਮਝਾ ਰਿਹਾ ਵੀ ਤੁਸੀਂ ਜਿਹੜੀਆਂ ਉਹ ਹੋਰ ਗੱਲਾਂ ਆ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਹੈਗਾ, ਤੁਸੀਂ ਉਹਨਾਂ ਦੇ ਵੱਲ ਨਾ ਕੀ ਧਿਆਨ ਦੇ ਰਹੇ ਆ। ਪਰ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਬਖਸ਼ਿਆ ਹੈਗਾ ਆ, ਜਿਹਦੇ ਵਿੱਚ ਫ੍ਰੀਲੀ ਤੁਹਾਨੂੰ ਦਾਤਾਂ ਬਖਸ਼ੀਆਂ ਆ, ਤੁਹਾਨੂੰ ਨੇਮਤਾਂ ਬਖਸ਼ੀਆਂ, ਤੁਹਾਨੂੰ ਚੀਜ਼ਾਂ ਬਖਸ਼ੀਆਂ, ਉਹਨਾਂ ਵੱਲ ਤੁਸੀਂ ਧਿਆਨ ਕੀ ਨਹੀਂ ਦੇ ਰਹੇ। ਤੁਸੀਂ ਦੁਨਿਆਵੀ ਜਿਹੜੀ ਆਤਮਾ ਜਾਂ ਸ਼ੈਤਾਨ ਦਾ ਆਤਮਾ, ਤੁਸੀਂ ਉਹਦੇ ਵੱਲ ਕੀ ਧਿਆਨ ਦੇ ਰਹੇ ਆ। ਪੌਲੁਸ ਪਹਿਲਾ ਕੁਰਿੰਥੀਆਂ ਦਾ ਪਹਿਲਾ ਅਧਿਆਇ ਉਹਦੀ 17 ਵਿੱਚ ਕਹਿੰਦਾ, ਪੌਲੁਸ ਕਿ ਜੋ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ, ਸਗੋਂ ਖੁਸ਼ਖਬਰੀ ਸੁਣਾਉਣ ਲਈ ਘੱਲਿਆ, ਪਰ ਸ਼ਬਦਾਂ ਦੇ ਗਿਆਨ ਨਾਲ ਨਹੀਂ, ਬਈ ਕਿਤੇ ਐਉਂ ਨਾ ਹੋਵੇ ਜੋ ਮੈਂ ਮਸੀਹ ਦੀ ਸਲੀਬ ਅਵਿਰਥੀ ਹੋ ਜਾਵੇ। ਮਸੀਹ ਦੀ ਕਹਿੰਦਾ ਮੈਂ ਆਪਣੇ ਤੇ ਮਾਣ ਨਹੀਂ ਕਰਦਾ ਹੈਗਾ ਆ, ਇਹ ਸ਼ਬਦਾਂ ਦੇ ਨਾਲ ਨਹੀਂਗਾ, ਗੱਲਾਂ ਦੇ ਨਾਲ ਨਹੀਂਗਾ, ਬਲਕਿ ਜੋ ਕੀ ਹੈਗਾ ਆ ਸਭ ਮੈਨੂੰ ਕੀ ਆ ਪਰਮੇਸ਼ਵਰ ਦੇ ਵੱਲੋਂ ਇਹ ਜਿਹੜੀ ਸਲੀਬ ਜਿਹੜੀ ਹੈਗੀ ਉਹ ਅਵਿਰਥੀ ਨਾ ਹੋ ਜਾਵੇ, ਬਲਕਿ ਪਵਿੱਤਰ ਆਤਮਾ ਦੇ ਦੁਆਰਾ ਕੀ ਆ ਮੈਂ ਕੰਮ ਕਰਾਂ। ਸੋ ਪੌਲੁਸ ਇੱਥੇ ਦੱਸਦਾ ਆ, ਇੱਕ ਜਗ੍ਹਾ ਤੇ ਦੋ ਜਣਿਆਂ ਬਾਰੇ ਦੱਸਦਾ ਵੀ ਇਹਨਾਂ ਨੂੰ ਮੈਂ ਬਪਤਿਸਮਾ ਦਿੱਤਾ, ਜਾਂ ਇੱਕ ਪਰਿਵਾਰ ਨੂੰ ਦੱਸਦਾ ਆ ਮੈਂ ਇਹਨਾਂ ਨੂੰ ਬਪਤਿਸਮਾ ਦਿੱਤਾ। ਇਸ ਤੋਂ ਬਾਅਦ ਕਹਿੰਦਾ ਮੈਨੂੰ ਯਾਦ ਨਹੀਂ ਕਿ ਮੈਂ ਕਿਸੇ ਨੂੰ ਬਪਤਿਸਮਾ ਦਿੱਤਾ ਹੋਵੇ। ਸੋ ਮੇਰਾ ਨਾਂ ਪੌਲੁਸ ਦੱਸਦਾ ਵੀ ਮੇਰਾ ਨਾਂ ਕੀ ਆ ਨਹੀਂ ਚੱਲਦਾ, ਕਿ ਮੈਨੂੰ ਪ੍ਰਭੂ ਨੇ ਬਪਤਿਸਮੇ ਦੇਣ ਲਈ ਨਹੀਂ ਕੀ ਸੱਦਿਆ ਨਹੀਂ ਹੈਗਾ, ਕਿਉਂਕਿ ਮੇਰੇ ਨਾਂ ਤੇ ਤੁਹਾਨੂੰ ਬਪਤਿਸਮਾ ਨਹੀਂ ਮਿਲ ਸਕਦਾ, ਮੇਰੇ ਨਾਂ ਤੇ ਤੁਸੀਂ ਬਚਾਏ ਨਹੀਂ ਜਾ ਸਕਦੇ, ਕਿਉਂਕਿ ਤੁਸੀਂ ਮੈਨੂੰ ਬਿਲੋਂਗ ਨਹੀਂ ਕਰਦੇ। ਤੁਹਾਡਾ ਰਿਸ਼ਤਾ ਮੇਰੇ ਨਾਲ ਨਹੀਂ ਬਲਕਿ ਪਰਮੇਸ਼ਵਰ ਦੇ ਨਾਲ ਆ। ਤੁਹਾਨੂੰ ਪਰਮੇਸ਼ਵਰ ਨਾਲ ਜੋੜਿਆ ਗਿਆ, ਬਲਕਿ ਨਾ ਕਿ ਮੇਰੇ ਨਾਲ ਕੀ ਜੋੜਿਆ ਗਿਆ ਆ। ਕਿਉਂਕਿ ਪੌਲੁਸ ਕਦੀ ਕਿਤੇ ਹੁੰਦਾ ਸੀ, ਕਿਉਂਕਿ ਉਦੋਂ ਨਾ ਸੈੱਲਫੋਨ ਸੀਗੇ, ਨਾ ਹੋਰ ਚੀਜ਼ਾਂ ਸੀ। ਜਦੋਂ ਇੱਕ ਵਾਰੀ ਪੌਲੁਸ ਚਲਾ ਜਾਂਦਾ ਉਸ ਤੋਂ ਬਾਅਦ ਉਹਨੂੰ ਲੱਭਣਾ ਕੀ ਮੁਸ਼ਕਲ ਹੋ ਜਾਂਦਾ ਸੀਗਾ। ਤੇ ਸੋ ਪੌਲੁਸ ਉਹਨਾਂ ਨੂੰ ਸਿਖਾ ਰਿਹਾ ਕਿ ਤੁਸੀਂ ਕੀ ਆ, ਪਰਮੇਸ਼ਵਰ ਦੇ ਆ, ਤੁਸੀਂ ਕੀ ਆ, ਤੁਸੀਂ ਇਸ ਦੁਨੀਆ ਦੀਆਂ ਚੀਜ਼ਾਂ ਉੱਤੇ ਧਿਆਨ ਨਹੀਂ ਦੇਣਾ, ਬਲਕਿ ਤੁਸੀਂ ਉਸ ਆਤਮਾ ਦੇ ਉੱਤੇ ਧਿਆਨ ਦੇਣਾ ਹੈ ਜਿਹੜਾ ਤੁਹਾਡੀ ਮਦਦ ਲਈ ਆ, ਜਿਹੜਾ ਤੁਹਾਡੇ ਕੋਲ ਆ, ਜਿਹਨੇ ਤੁਹਾਨੂੰ ਗਿਆਨ ਕੀ ਆ ਦਿੱਤਾ ਹੋਇਆ ਆ, ਤੁਸੀਂ ਉਹਦੇ ਵੱਲ ਕੀ ਆ ਧਿਆਨ ਦੇਣਾ ਹੈ। ਪਹਿਲਾ ਕੁਰਿੰਥੀਆਂ ਉਹਦਾ ਪਹਿਲਾ ਅਧਿਆਇ 5 ਸੋ ਮੈਂ ਪਹਿਲੇ ਅਧਿਆਇ ਤੇ ਗੱਲ ਕਰ ਰਿਹਾ।
5 ਚ ਲਿਖਿਆ, ਇਸ ਲਈ ਜੋ ਤੁਸੀਂ ਉਸ ਵਿੱਚ ਹਰੇਕ ਗੱਲ ਅਰਥਾਤ ਸਰਵ ਵਾਕ ਅਤੇ ਸਰਵ ਗਿਆਨ ਵਿੱਚ ਧਨੀ ਕੀਤੇ ਹੋਏ ਸੋ। ਵਿੱਚ ਪਰਮੇਸ਼ਵਰ ਨੇ ਤੁਹਾਨੂੰ ਧਨੀ ਕੀਤਾ ਹੋਇਆ ਆ, ਹਰ ਸ਼ਬਦ ਦੇ ਗਿਆਨ ਨਾਲ ਧਨੀ ਕੀਤਾ ਆ, ਹਰ ਵਾਕ ਦੇ ਨਾਲ ਧਨੀ ਕੀਤਾ ਹੋਇਆ ਹੈਗਾ ਆ, ਤੁਹਾਨੂੰ ਨੇਮ ਤਰ੍ਹਾਂ ਧਨੀ ਕੀਤਾ। ਪਰ ਤੁਸੀਂ ਕੀ ਆ? ਦੁਨਿਆਵੀ ਚੀਜ਼ਾਂ ਦੇ ਵਿੱਚ ਕੀ ਆ? ਲੱਗੇ ਹੋਏ ਆ। ਸੋ ਦੁਨਿਆਵੀ ਚੀਜ਼ਾਂ ਦੇ ਵਿੱਚ ਕੀ ਲੱਗੇ ਨਹੀਂ ਜਾਣਾ। ਸੋ ਪੌਲੁਸ ਇਸ ਤੋਂ ਅੱਗੇ ਕਹਿੰਦਾ, ਇਸ ਤੋਂ ਅੱਗੇ ਵਧਣ ਤੋਂ ਕੀ ਹੈਗੇ, ਮੈਂ ਅੱਗੇ ਦੱਸਣਾ ਚਾਹੁੰਦਾ ਹਾਂ। ਹਾਲੇਲੂਇਆ। ਸੋ ਇਸ ਤੋਂ ਅੱਗੇ ਵਧਣ ਤੋਂ ਪਹਿਲਾਂ ਇਹ ਦੱਸਦਾ ਹਾਂ ਕਿ ਇਹ ਅਕਲਮੰਦੀ ਦੀ ਗੱਲ ਹੈ। ਕਿ ਇਹ ਕੋਈ ਅਕਲਮੰਦੀ ਦੀ ਗੱਲ ਨਹੀਂ ਕਿ ਪਰਮੇਸ਼ਵਰ ਦੇ ਆਤਮਾ ਦੇ ਕੰਮਾਂ ਨੂੰ ਕੀਆ ਅਸੀਂ ਛੱਡ ਕੇ ਦੁਨਿਆਵੀ ਕੰਮਾਂ ਵੱਲ ਕੀਆ ਲੱਗ ਜਾਈਏ। ਸੋ ਪਵਿੱਤਰ ਆਤਮਾ ਦੇ ਵੱਲ ਕੀ ਅਸੀਂ ਜਾਣਾ ਹੈਗਾ ਆ। ਸੋ ਪਵਿੱਤਰ ਆਤਮਾ ਕੌਣ ਆ? ਪਵਿੱਤਰ ਆਤਮਾ ਤੁਹਾਡੇ ਹਿਸਾਬ ਦੇ ਨਾਲ ਪਵਿੱਤਰ ਆਤਮਾ ਕੌਣ ਆ? ਕੀ ਤੁਸੀਂ ਉਹਦੇ ਬਾਰੇ ਤੁਹਾਡੀ ਅੰਡਰਸਟੈਂਡਿੰਗ ਕੀ ਆ? ਪਵਿੱਤਰ ਆਤਮਾ ਪਰਮੇਸ਼ਵਰ ਆ। ਬਾਈਬਲ ਦੇ ਵਿੱਚ ਵੀ ਲਿਖਿਆ ਕਿ ਪਵਿੱਤਰ ਆਤਮਾ ਕੀ ਆ? ਪਰਮੇਸ਼ਵਰ ਆ। ਕੀ ਪਰਮੇਸ਼ਵਰ ਆਤਮਾ ਆ? ਆਤਮਾ ਪਰਮੇਸ਼ਵਰ ਆ, ਹਨਾ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ, ਅਸੀਂ ਆਪਣੇ ਆਤਮਾ ਨੂੰ ਵੀ ਕਹਿ ਦਿੰਦੇ ਸਾਡਾ ਆਤਮਾ ਪਰਮੇਸ਼ਵਰ। ਨਹੀਂ, ਸਾਡਾ ਆਤਮਾ ਪਰਮੇਸ਼ਵਰ ਨਹੀਂ, ਬਲਕਿ ਜੋ ਪਰਮੇਸ਼ਵਰ ਦਾ ਆਤਮਾ ਆ ਉਹ ਕੀ ਆ? ਉਹ ਪਰਮੇਸ਼ਵਰ ਆ। ਸੋ ਜੋ ਬਾਈਬਲ ਦੇ ਵਿੱਚ ਦੱਸਿਆ ਗਿਆ ਹੈ, ਪਿਤਾ, ਪੁੱਤਰ ਤੇ ਪਵਿੱਤਰ ਆਤਮਾ। ਸੋ ਜੋ ਪੁੱਤਰ ਆ ਉਹ ਵੀ ਪੂਰਾ ਰੱਬ ਆ, ਜੋ ਪਵਿੱਤਰ ਆਤਮਾ ਉਹ ਵੀ ਪੂਰਾ ਰੱਬ ਆ, ਜੋ ਪਰਮੇਸ਼ਵਰ ਆ ਉਹ ਵੀ ਪੂਰਾ ਰੱਬ। ਪਿਤਾ, ਪੁੱਤਰ, ਪਵਿੱਤਰ ਆਤਮਾ ਤਿੰਨੇ ਰਲ ਕੇ ਕੀ ਆ? ਪੂਰਾ ਰੱਬ ਕੀ ਆ? ਹਾਂ, ਹਾਲੇਲੂਇਆ। ਉਹ ਪੂਰੇ ਰੱਬ ਆ, ਉਹ ਵੱਖਰੇ ਨਹੀਂ ਇੱਕ ਦੂਸਰੇ ਤੋਂ, ਬਲਕਿ ਉਹ ਕੀ ਆ? ਇੱਕ ਆ। ਸੋ ਜਿਸ ਤਰ੍ਹਾਂ ਸੂਰਜ ਆ, ਜਦੋਂ ਤੁਸੀਂ ਸੂਰਜ ਵਾਲਾ ਦੇਖਦੇ ਆ, ਤੁਸੀਂ ਸੂਰਜ ਨੂੰ ਦੇਖ ਰਹੇ ਆ, ਸੂਰਜ ਦਿਸ ਰਿਹਾ ਆ, ਪਰ ਤੁਸੀਂ ਉਹ ਤੱਕ ਪਹੁੰਚ ਨਹੀਂ ਸਕਦੇ। ਪਰ ਕੋਈ ਚੀਜ਼ ਆ ਜੋ ਤੁਹਾਡੇ ਤੱਕ ਪਹੁੰਚ ਰਹੀ ਹੈਗੀ ਆ, ਤੁਸੀਂ ਗਰਮੀ ਨੂੰ ਮਹਿਸੂਸ ਕਰਦੇ ਹੋ। ਕਿ ਤੁਸੀਂ ਇਹ ਗਰਮੀ ਨੂੰ, ਜੋ ਉਹਦੀ ਗਰਮੀ ਨੂੰ ਮਹਿਸੂਸ ਕਰ ਰਹੇ ਆ ਸੂਰਜ ਦੀ ਨੂੰ, ਕਿ ਤੁਸੀਂ ਇਹ ਨਹੀਂ ਕਹੋਗੇ ਕਿ ਉਹ ਸੂਰਜ ਦਾ ਹਿੱਸਾ ਨਹੀਂ, ਕਿਉਂਕਿ ਉਹ ਸੂਰਜ ਤੋਂ ਹੀ ਆ ਰਹੀ ਹੈਗੀ ਆ, ਉਹ ਸੂਰਜ ਦਾ ਹਿੱਸਾ ਆ, ਉਹ ਗਰਮੀ ਆ, ਸੂਰਜ ਦਾ ਹਿੱਸਾ ਹੈ। ਤੇ ਉਸੇ ਸੂਰਜ ਤੋਂ ਸਾਨੂੰ ਚਾਨਣ ਮਿਲਦਾ ਆ। ਕਿ ਅਸੀਂ ਚਾਨਣ ਨੂੰ ਸੂਰਜ ਤੋਂ ਵੱਖਰਾ ਕਰ ਸਕਦੇ ਹਾਂ? ਨਹੀਂ ਵੱਖਰਾ ਕਰ ਸਕਦੇ। ਇਸੇ ਤਰ੍ਹਾਂ ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਉਹ ਇੱਕ ਆ, ਤੇ ਉਹਨਾਂ ਤਿੰਨਾਂ ਨੂੰ ਵੱਖਰਾ ਕੀਆ ਨਹੀਂ ਕੀਤਾ ਜਾ ਸਕਦਾ। ਬਾਈਬਲ ਦੇ ਵਿੱਚ ਵੀ ਲਿਖਿਆ, ਪਵਿੱਤਰ ਵਿਵਸਥਾ ਸਾਰ ਉਹਦਾ 6ਵਾਂ ਅਧਿਆਇ ਤੇ ਉਹਦੀ 4 ਵਿੱਚ ਲਿਖਿਆ, ਹੇ ਇਸਰਾਏਲੀਓ ਸੁਣੋ, ਯਹੋਵਾ ਸਾਡਾ ਪਰਮੇਸ਼ਵਰ ਇੱਕ ਹੀ ਯਹੋਵਾ। ਕਿ ਕਹਿੰਦਾ ਆ ਤੁਸੀਂ ਤਿੰਨਾਂ ਰੱਬਾਂ ਨੂੰ ਮੰਨਦੇ ਹੈਗੇ ਆ, ਤੁਹਾਡੇ ਰੱਬ ਤਿੰਨ ਆ, ਉਹਨਾਂ ਨੂੰ ਤੁਸੀਂ ਦੱਸ ਸਕਦੇ ਹੈਗੇ ਉਹ ਤਿੰਨ ਨਹੀਂ ਹਨ। ਉਹ ਕੀ ਆ? ਇੱਕ ਆ। ਪਰ ਉਹ ਕੀ ਆ? ਇੱਕ ਜਿਸ ਤਰ੍ਹਾਂ ਸਰੀਰ ਆ, ਸਰੀਰ ਦੇ ਵਿੱਚ ਆਤਮਾ ਆ, ਸਰੀਰ ਦੇ ਵਿੱਚ ਤੁਹਾਡਾ ਮਨ ਆ, ਜਿਹਦੇ ਨਾਲ ਤੁਸੀਂ ਸੋਚਦੇ ਆ, ਜਿੱਥੇ ਤੁਹਾਡੀਆਂ ਭਾਵਨਾਵਾਂ ਹਨ, ਜਿੱਥੋਂ ਤੁਹਾਨੂੰ ਦੁੱਖ ਵੀ ਲੱਗਦਾ ਆ, ਉਹ ਤੁਹਾਡਾ ਮਨ ਆ। ਤੇ ਉਸ ਤੋਂ ਬਾਅਦ ਕੀ ਆ? ਸਾਡਾ ਸਰੀਰ ਆ ਤੇ ਤੁਹਾਡਾ ਆਤਮਾ ਹੈ। ਕਿਸੇ ਨੂੰ ਦੱਸਦੇ ਆ ਕਿ ਆਪਣੇ ਬਾਰੇ ਦੱਸਦੇ, ਤੁਸੀਂ ਇਹ ਨਹੀਂ ਕਹਿੰਦੇ ਵੀ ਤੁਹਾਡਾ ਆਤਮਾ ਵੱਖਰਾ ਆ, ਤੁਹਾਡਾ ਸਰੀਰ ਵੱਖਰਾ ਆ, ਤੁਹਾਡਾ ਮਨ ਵੱਖਰਾ। ਜੋ ਤੁਸੀਂ ਕਿਉਂ ਦੱਸਦੇ ਆ, ਤੁਸੀਂ ਆਪਣੇ ਬਾਰੇ ਇੱਕ ਪਰਸਨ ਦੇ ਬਾਰੇ ਦੱਸਦੇ ਹੈਗੇ ਆ, ਤੇ ਉਹ ਤਿੰਨੇ ਇਕੱਠੇ ਹੁੰਦੇ ਹੈਗੇ ਆ। ਸੋ ਜਦੋਂ ਜਿਸ ਤਰ੍ਹਾਂ ਪਰਮੇਸ਼ਵਰ ਆ, ਉਸ ਨੂੰ ਵੀ ਅਸੀਂ ਤਿੰਨ ਕੀਆ ਨਹੀਂ ਦੱਸ ਸਕਦੇ। ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਨੂੰ ਅਸੀਂ ਤਿੰਨ ਕੀਆ ਨਹੀਂ ਦੱਸ ਸਕਦੇ। ਹਾਲੇਲੂਇਆ। ਅਸੀਂ ਪਵਿੱਤਰ ਆਤਮਾ ਦੇ ਕੰਮ ਵੱਲ ਬਹੁਤ ਘੱਟ ਧਿਆਨ ਦਿੰਦੇ ਹਾਂ। ਸੋ ਸਾਡਾ ਧਿਆਨ ਕਿਹਦੇ ਵੱਲ ਆ? ਦੁਨੀਆ ਦੇ ਕੰਮਾਂ ਵੱਲ ਆ। ਦੁਨੀਆ ਦੇ ਇਸ ਤਰ੍ਹਾਂ ਹੈਗਾ ਵੀ ਜਿਸ ਤਰ੍ਹਾਂ ਅਸੀਂ ਦੁਨੀਆ ਦੇ ਉੱਤੇ ਰਹਿਣ ਆਏ ਹੈਗੇ ਆ, ਸਾਡਾ ਬਸੇਰਾ ਜੋ ਹੈਗਾ ਇਸ ਦੁਨੀਆ ਦੇ ਉੱਤੇ ਸਦਾ ਦੇ ਲਈ ਨਹੀਂ ਰਹਿਣਾ। ਇੱਕ ਲਿਮਟਿਡ ਸਮਾਂ ਆ ਜਿਹਦੇ ਲਈ ਤੁਸੀਂ ਦੁਨੀਆ ਤੇ ਆਏ ਆ, ਉਸ ਤੋਂ ਬਾਅਦ ਤੁਹਾਨੂੰ ਇੱਥੋਂ ਵਿਦਾਈ ਕੀ ਆ? ਲੈਣੀ ਪੈਣੀ ਆ। ਸੋ ਅਸੀਂ ਪਵਿੱਤਰ ਆਤਮਾ ਦੇ ਕੰਮ ਵੱਲਾਂ ਬਹੁਤ ਘੱਟ ਧਿਆਨ ਦਿੰਦੇ ਹੈਗੇ ਆ, ਉਸ ਪਵਿੱਤਰ ਆਤਮਾ ਦੇ ਵੱਲਾਂ ਜਿਹੜਾ ਕਿ ਤੁਹਾਡੇ ਵਿੱਚ ਕੀ ਆ? ਵਸਦਾ ਆ। ਬਾਈਬਲ ਦੇ ਵਿੱਚ ਕੀ ਲਿਖਿਆ ਹੈਗਾ ਆ? ਤੁਸੀਂ ਪਰਮੇਸ਼ਵਰ ਦਾ ਮੰਦਰ ਆ, ਤੁਸੀਂ ਪਰਮੇਸ਼ਵਰ ਦੀ ਕੀ ਆ? ਹੈਕਲ ਆ। ਅਸੀਂ ਇਹ ਮੰਨਦੇ ਹਾਂ ਕਿ ਪਰਮੇਸ਼ਵਰ ਸਰਵ ਸ਼ਕਤੀਮਾਨ ਆ ਅਤੇ ਆਕਾਸ਼ ਅਤੇ ਧਰਤੀ ਦਾ ਕਰਤਾ ਹੈ। ਅਸੀਂ ਇਹ ਚੀਜ਼ਾਂ ਨੂੰ ਮੰਨਦੇ ਹਾਂ, ਪਰ ਜਿਸ ਦੇ ਦੁਆਰਾ ਇਹ ਕੰਮ ਹੁੰਦੇ ਆ, ਉਸ ਨੂੰ ਅਸੀਂ ਸਮਝਣਾ ਨਹੀਂ ਚਾਹੁੰਦੇ। ਕੌਣ ਕਰਦਾ ਹੈਗਾ ਆ? ਪਵਿੱਤਰ ਆਤਮਾ ਕਰਦਾ। ਯਿਸੂ ਮਸੀਹ ਇਸ ਦੁਨੀਆ ਤੋਂ ਚਲੇ ਗਏ, ਯਿਸੂ ਮਸੀਹ ਪਰਮੇਸ਼ਵਰ ਦੇ ਸੱਜੇ ਹੱਥ ਬੈਠ ਗਏ, ਪਰ ਹੁਣ ਪਵਿੱਤਰ ਆਤਮਾ ਕੀ ਆ? ਕੰਮ ਕੀ ਆ? ਕਰ ਰਿਹਾ ਹੈ। ਸੋ ਬਾਈਬਲ ਦੇ ਵਿੱਚ ਲਿਖਿਆ ਆ, ਉਤਪਤ ਪਹਿਲਾ ਅਧਿਆਇ ਤੇ ਉਹਦੀ 2 ਚ ਲਿਖਿਆ ਆ
ਅਸੀਂ ਦੇਖਦੇ ਹਾਂ ਕਿ ਪਵਿੱਤਰ ਆਤਮਾ ਵੀ ਉਸ ਜਗ੍ਹਾ ਤੇ ਸੀ, ਕਿੱਥੇ? ਉਤਪਤ ਦੇ ਵਿੱਚ ਪਹਿਲਾ ਅਧਿਆਏ ਤੇ ਉਹਦੀ 2 ਦੇ ਵਿੱਚ। ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ, ਪਰ ਪਵਿੱਤਰ ਆਤਮਾ ਵੀ ਉੱਥੇ ਸੀਗੀ। ਜਦੋਂ ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ, ਉਸ ਤੋਂ ਬਾਅਦ ਜਦੋਂ ਧਰਤੀ ਨੂੰ ਸਵਾਰਿਆ ਗਿਆ, ਦੇਖਿਆ ਵੀ ਉੱਥੇ ਪਾਣੀ ਸੀਗਾ, ਤੇ ਪਰ ਪਵਿੱਤਰ ਆਤਮਾ, ਬਾਈਬਲ 'ਚ ਲਿਖਿਆ, ਪਵਿੱਤਰ ਆਤਮਾ ਪਾਣੀਆਂ ਉੱਤੇ ਕੀ ਆ? ਸਿਉਂਦਾ ਸੀਗਾ। ਪਵਿੱਤਰ ਆਤਮਾ ਕੀ ਆ? ਪਾਣੀਆਂ ਦੇ ਉੱਤੇ ਕੀ ਆ? ਸਿਉਂਦਾ ਸੀਗਾ। ਉੱਥੇ ਫੜਫੜਾਉਂਦਾ ਸੀਗਾ, ਉੱਥੇ ਹਿਲਦਾ ਸੀ। ਜਿਹੜਾ ਇਹਨਾਂ ਦੇ ਮਤਲਬ ਆ, ਇਹਨਾਂ ਇਸ ਲਫ਼ਜ਼ਾਂ ਦੇ ਕੀ ਆ ਮਤਲਬ ਆ? ਵੀ ਪਵਿੱਤਰ ਆਤਮਾ ਉੱਥੇ ਸੀਗਾ, ਉੱਥੇ ਘੁੰਮ ਰਿਹਾ ਸੀ ਧਰਤੀ ਦੇ ਉੱਤੇ। ਸੋ ਪਵਿੱਤਰ ਆਤਮਾ ਦੀ ਸ਼ਕਤੀ ਦੇ ਦੁਆਰਾ ਕੀ ਆ? ਉਹ ਧਰਤੀ ਤੇ ਆਕਾਸ਼ ਨੂੰ ਕੀ ਆ? ਸਵਾਰਿਆ ਗਿਆ। ਬਾਈਬਲ 'ਚ ਲਿਖਿਆ ਕੀ ਆ? ਉਹ ਬੇਡੋਲ ਸੀ, ਸੂਜੀ ਸੀਗੀ, ਉਹ ਬਿੰਗੀ ਟੇਢੀ ਸੀਗੀ, ਉੱਥੇ ਪਾਣੀ ਸੀਗਾ ਸਾਰੇ ਪਾਸੇ, ਤੇ ਉਸ ਨੂੰ ਕੀ ਆ? ਸਵਾਰਿਆ ਗਿਆ। ਸੋ ਪਵਿੱਤਰ ਆਤਮਾ ਕੀ ਆ? ਉਸ ਜਗ੍ਹਾ ਤੇ ਸੀਗਾ। ਸੋ ਪਵਿੱਤਰ ਆਤਮਾ ਦਾ ਕੀ ਆ? ਕੰਮ ਆ। ਅਸੀਂ ਇਹ ਵੀ ਮੰਨਦੇ ਹਾਂ ਕਿ ਪਵਿੱਤਰ ਆਤਮਾ ਨਵੀਆਂ ਦੇ ਰਾਹੀਂ ਕੀ ਬੋਲਿਆ। ਸੋ ਅਸੀਂ ਮੰਨਦੇ ਹਾਂ ਕਿ ਪਵਿੱਤਰ ਆਤਮਾ ਨਵੀਆਂ ਦੇ ਰਾਹੀਂ ਬੋਲਿਆ, ਪ੍ਰੋਫਸੀਆਂ ਕੀਤੀਆਂ ਗਈਆਂ। ਅਸੀਂ ਮੰਨਦੇ ਹਾਂ ਕਿ ਪਵਿੱਤਰ ਆਤਮਾ ਪਰਮੇਸ਼ਵਰ ਹੈ, ਜੋ ਜ਼ਿੰਦਗੀ ਦਿੰਦਾ ਹੈ, ਜੋ ਪਿਤਾ ਅਤੇ ਪੁੱਤਰ ਵੱਲੋਂ ਕੀ ਆ? ਆਉਂਦਾ ਆ। ਸੋ ਅਸੀਂ ਮੰਨਦੇ ਹਾਂ ਇਹਨਾਂ ਗੱਲਾਂ ਨੂੰ, ਪਰ ਅਸੀਂ ਫਿਰ ਵੀ ਪਵਿੱਤਰ ਆਤਮਾ ਵੱਲ ਧਿਆਨ ਨਹੀਂ ਦਿੰਦੇ, ਦੁਨੀਆ ਦੀਆਂ ਗੱਲਾਂ ਵੱਲ ਧਿਆਨ ਦਿੰਦੇ। ਇਸੇ ਕਾਰਨ ਪੌਲੁਸ ਕਹਿੰਦਾ ਤੁਸੀਂ ਕੀ ਆ? ਧੜੇਬਾਜ਼ੀਆਂ ਚੱਲ ਗਏ ਆ, ਤੁਸੀਂ ਦੁਨੀਆ ਦੇ ਕੰਮਾਂ ਵੱਲ ਧਿਆਨ ਦੇ ਰਹੇ ਹੈਗੇ ਆ। ਤੁਸੀਂ ਇਹ ਦੱਸ ਰਹੇ ਕਿ ਕੌਣ ਵੱਡਾ ਆ, ਕੌਣ ਛੋਟਾ ਆ, ਮੈਂ ਕਿਹਦਾ ਆ, ਪਰ ਤੁਹਾਡਾ ਧਿਆਨ ਪਵਿੱਤਰ ਆਤਮਾ ਵੱਲ ਹੋਣਾ ਚਾਹੀਦਾ, ਕਿਉਂਕਿ ਪਵਿੱਤਰ ਆਤਮਾ ਤੁਹਾਡੇ ਵਿੱਚ ਵੱਸਦਾ ਹੈ, ਤੇ ਉਸ ਪਵਿੱਤਰ ਆਤਮਾ ਨੇ ਤੁਹਾਨੂੰ ਕੀ ਆ? ਗਿਆਨ ਕੀ ਆ? ਦਿੱਤਾ ਹੋਇਆ ਹੈ। ਯਹੂਨਾ 16 ਦੇ ਆਏ ਉਹਦੀ 14 'ਚ ਲਿਖਿਆ, ਉਹ ਮੇਰੀ ਵਡਿਆਈ ਕਰੇਗਾ, ਕਿਉਂ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲਵੇਗਾ ਅਤੇ ਤੁਹਾਨੂੰ ਦੱਸੇਗਾ। ਯਹੂਨਾ 16 ਦੇ ਆਇਤ ਤੇ ਉਹਦੀ 14 ਆਇਤ। ਸੋ ਉਹ ਮੇਰੀ ਵਡਿਆਈ ਕਰੇਗਾ, ਕਿਉਂ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲਵੇਗਾ ਅਤੇ ਤੁਹਾਨੂੰ ਕੀ ਆ? ਦੱਸੇਗਾ। ਕੌਣ ਦੱਸੇਗਾ? ਪਵਿੱਤਰ ਆਤਮਾ ਕੀ ਆ? ਪ੍ਰਭੂ ਯਿਸੂ ਮਸੀਹ ਕਹਿ ਰਿਹਾ, ਦੱਸੇਗਾ। ਸੋ ਪਵਿੱਤਰ ਆਤਮਾ ਸਾਨੂੰ ਯਿਸੂ ਮਸੀਹ ਦੇ ਬਾਰੇ ਕੀ ਆ? ਦੱਸਦਾ ਹੈ। ਯਹੂਨਾ 8 ਅਧਿਆਇ ਦੀ 53 ਵਿੱਚ ਲਿਖਿਆ, ਯਿਸੂ ਨੇ ਉੱਤਰ ਦਿੱਤਾ, ਜੇ ਮੈਂ ਆਪਣੀ ਵਡਿਆਈ ਕਰਾਂ ਤਾਂ ਮੇਰੀ ਵਡਿਆਈ ਕੁਝ ਨਹੀਂ, ਜੋ ਮੇਰੀ ਵਡਿਆਈ ਕਰਦਾ ਹੈ ਸੋ ਮੇਰਾ ਪਿਤਾ ਹੈ, ਜਿਹਨੂੰ ਤੁਸੀਂ ਆਖਦੇ ਹੋ, ਜੋ ਉਹ ਸਾਡਾ ਪਰਮੇਸ਼ਵਰ ਆ। ਸੋ ਪ੍ਰਭੂ ਯਿਸੂ ਮਸੀਹ ਕਿਹਦੀ ਵਡਿਆਈ ਕਰਦੇ ਆ? ਪ੍ਰਭੂ ਯਿਸੂ ਮਸੀਹ ਪਿਤਾ ਦੀ ਵਡਿਆਈ ਕਰਦੇ। ਪਿਤਾ ਕਿਹਦੀ ਵਡਿਆਈ ਕਰਦਾ? ਪਿਤਾ ਪੁੱਤਰ ਦੀ ਵਡਿਆਈ ਕਰਦਾ, ਯਿਸੂ ਮਸੀਹ ਦੀ ਵਡਿਆਈ ਕਰਦਾ। ਸੋ ਪਿਤਾ ਪੁੱਤਰ ਇੱਕ ਦੂਸਰੇ ਦੀ ਵਡਿਆਈ ਕਰਦੇ ਆ, ਤੇ ਪਿਤਾ ਪੁੱਤਰ ਇਹ ਵੀ ਚਾਹੁੰਦੇ ਹੈਗੇ ਕਿ ਅਸੀਂ ਵੀ ਉਹਨਾਂ ਦੀ ਕੀ ਕਰੀਏ? ਵਡਿਆਈ ਕਰੀਏ। ਪਰ ਜੋ ਪਵਿੱਤਰ ਆਤਮਾ ਆ, ਬਾਈਬਲ ਦੇ ਵਿੱਚ ਤੁਸੀਂ ਕਿਤੇ ਵੀ ਨਹੀਂ ਲੱਭੋਗੇ, ਪਵਿੱਤਰ ਆਤਮਾ ਕਦੇ ਵੀ ਨਹੀਂ ਕਹਿੰਦਾ ਤੁਸੀਂ ਮੇਰੀ ਵਡਿਆਈ ਕਰੋ। ਪਰ ਪਵਿੱਤਰ ਆਤਮਾ ਸਾਨੂੰ ਕੀ ਆ? ਪ੍ਰਭੂ ਦੇ ਨਾਲ ਕੀ ਆ? ਜੋੜਦਾ ਆ। ਪਵਿੱਤਰ ਆਤਮਾ ਸਾਨੂੰ ਚਾਹੁੰਦਾ ਹੈਗਾ ਕਿ ਅਸੀਂ ਪਰਮੇਸ਼ਵਰ ਦੀ ਕੀ ਕਰੀਏ? ਵਡਿਆਈ ਕਰੀਏ। ਪਵਿੱਤਰ ਆਤਮਾ ਸਾਨੂੰ ਚਾਹੁੰਦਾ ਆ ਕਿ ਅਸੀਂ ਪੁੱਤਰ ਦੀ ਵਡਿਆਈ ਕਰੀਏ, ਤੇ ਪਵਿੱਤਰ ਆਤਮਾ ਖੁਦ ਕੀ ਆ? ਸਾਡੇ ਲਈ ਹੌਂਕੇ ਭਰ ਕੇ ਕੀ ਕਰਦਾ ਹੈ? ਪ੍ਰਾਰਥਨਾ ਕਰਦਾ ਹੈ, ਕਿਉਂਕਿ ਪਵਿੱਤਰ ਆਤਮਾ ਪ੍ਰਭੂ ਯਿਸੂ ਮਸੀਹ ਦੀ ਜਗ੍ਹਾ ਦੇ ਉੱਤੇ ਕੀ ਆ? ਕੰਮ ਕਰਨ ਤੁਹਾਡੇ ਵਿੱਚ ਕੀ ਆ? ਆਇਆ, ਤਾਂ ਕਿ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਵੱਲ ਕੀ ਆ? ਮੋੜ ਸਕੇ। ਯਹੂਨਾ ਉਹਦਾ 17 ਅਧਿਆਏ ਉਹਦੀ 1 ਆਇਤ, 4 ਆਇਤ, 5ਵੀਂ ਆਇਤ ਤੇ 24 ਆਇਤ ਦੇ ਵਿੱਚ ਅਸੀਂ ਦੇਖਦੇ ਹਾਂ, ਉੱਥੇ ਲਿਖਿਆ ਕਿ ਜੋ ਕੀ ਆ? ਪਿਤਾ ਪੁੱਤਰ ਦੀ ਤੇ ਪੁੱਤਰ ਪਿਤਾ ਦੀ ਵਡਿਆਈ ਕੀ ਆ? ਕਰਦੇ। ਇਹ ਯਿਸੂ ਦੀ ਪ੍ਰਾਰਥਨਾ ਆ, ਪ੍ਰਾਰਥਨਾ ਦੇ ਵਿੱਚ ਆ ਇਹ ਸਭ ਕੁਝ ਜੋ ਵੀ ਚੱਲ ਰਿਹਾ ਹੈ, ਪ੍ਰਾਰਥਨਾ ਦੇ ਵਿੱਚ ਚੱਲ ਰਿਹਾ ਆ ਕਿ ਪੁੱਤਰ ਚਾਹੁੰਦਾ ਕਿ ਪਿਤਾ ਕੀ ਆ? ਉਹਦੀ ਵਡਿਆਈ ਕਰੇ, ਤੇ ਪਿਤਾ ਕੀ ਆ? ਪੁੱਤਰ ਕੀ ਆ? ਫਿਰ ਪਿਤਾ ਦੀ ਵਡਿਆਈ ਵੀ ਕੀ ਆ? ਕਰਦਾ ਹੈ। ਪਰ ਪਵਿੱਤਰ ਆਤਮਾ ਕਦੇ ਵੀ ਨਹੀਂ ਚਾਹੁੰਦਾ ਕਿ ਤੁਸੀਂ ਉਹਦੀ ਵਡਿਆਈ ਕਰੋ, ਜਦਕਿ ਆਪਾਂ ਵਡਿਆਈ ਕਰਦੇ ਹਾਂ ਕਿਉਂਕਿ ਉਹ ਪਰਮੇਸ਼ਰ ਆ। ਪਰ ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਕਿ ਅਸੀਂ ਉਹਦੀ ਕੀ ਆ? ਵਡਿਆਈ ਕਰੀਏ। ਸੋ ਪਿਤਾ ਪੁੱਤਰ ਇੱਕ ਦੂਸਰੇ ਦੀ ਵਡਿਆਈ ਕਰਦੇ ਹਨ, ਉਹ ਚਾਹੁੰਦੇ ਹਨ ਕਿ ਉਹਨਾਂ ਦੀ ਵਡਿਆਈ ਹੋਵੇ। ਪਵਿੱਤਰ ਆਤਮਾ ਨੇ ਕਦੇ ਵੀ ਨਹੀਂ ਕਿਹਾ ਮੇਰੀ ਵਡਿਆਈ ਕਰੋ। ਪਵਿੱਤਰ ਆਤਮਾ ਨੇ ਕਦੇ ਵੀ ਕਿਹਾ ਨਹੀਂ ਕਿਹਾ। ਯਿਸੂ ਦਾ ਆਤਮਾ, ਸੋ ਜੋ ਪਵਿੱਤਰ ਆਤਮਾ ਆ, ਬਾਈਬਲ ਦੇ ਵਿੱਚ ਜਦੋਂ ਤੁਸੀਂ ਨਵਾਂ ਨੇਮ ਪੜੋਗੇ, ਰਸੂਲਾਂ ਦੇ ਕਰਤੱਵ ਦੇ ਵਿੱਚ ਪਹਿਲਾਂ ਇਹਨੂੰ ਪਰਮੇਸ਼ਵਰ ਦਾ ਆਤਮਾ ਵੀ ਕਿਹਾ ਗਿਆ ਆ। ਜੋ 4 ਜਿਹੜੇ ਹੈਗੇ ਸੁਭ ਸਮਾਚਾਰ ਆ ਉਹਨਾਂ ਦੇ ਵਿੱਚ, ਪਰ ਉਸ ਤੋਂ ਬਾਅਦ ਰਸੂਲਾਂ ਦੇ ਕਰਤੱਵ ਦੇ ਵਿੱਚ
ਪਵਿੱਤਰ ਆਤਮਾ ਨੂੰ ਕੀਆ ਯਸੂ ਦਾ ਆਤਮਾ ਵੀ ਕਹਿਣਾ ਸ਼ੁਰੂ ਕਰ ਦਿੱਤਾ। ਸੋ ਇਹ ਪਵਿੱਤਰ ਆਤਮਾ ਜਦੋਂ ਯਿਸੂ ਮਸੀਹ ਦੇ ਆਉਣ ਤੋਂ, ਧਰਤੀ ਤੇ ਆਉਣ ਤੋਂ ਪਹਿਲਾਂ ਵੀ ਕੀ ਆ ਦੁਨੀਆ ਦੇ ਵਿੱਚ ਸੀ, ਤੇ ਪ੍ਰਭੂ ਯਿਸੂ ਮਸੀਹ ਦੇ ਜਦੋਂ ਯਿਸੂ ਮਸੀਹ ਧਰਤੀ ਉੱਤੇ ਸੀ ਉਸ ਵੇਲੇ ਵੀ ਕੀ ਆ ਪਵਿੱਤਰ ਆਤਮਾ ਦੁਨੀਆ ਤੇ ਸੀ। ਜਦੋਂ ਪ੍ਰਭੂ ਯਿਸੂ ਮਸੀਹ ਅਸਮਾਨ ਤੇ ਉਠਾਏ ਗਏ ਉਸ ਵੇਲੇ ਵੀ ਪਵਿੱਤਰ ਆਤਮਾ ਕੀ ਆ ਧਰਤੀ ਦੇ ਉੱਤੇ ਸੀ। ਪਵਿੱਤਰ ਆਤਮਾ ਨੇ ਕਦੇ ਵੀ ਕੀ ਆ ਧਰਤੀ ਨੂੰ ਕੀ ਆ ਨਹੀਂ ਛੱਡਿਆ ਸੀ, ਹਮੇਸ਼ਾ ਸੀ, ਕਿਉਂਕਿ ਸਭ ਕੁਝ ਜੋ ਰਚਿਆ ਗਿਆ ਉਹ ਪਵਿੱਤਰ ਆਤਮਾ ਦੀ ਸ਼ਕਤੀ ਦੇ ਦੁਆਰਾ, ਯਿਸੂ ਮਸੀਹ ਦੇ ਦੁਆਰਾ। ਸ਼ਕਤੀ ਪਵਿੱਤਰ ਆਤਮਾ ਹੈ, ਯਿਸੂ ਮਸੀਹ ਸ਼ਬਦ ਦੇ ਦੁਆਰਾ ਕੀ ਸਭ ਕੁਝ ਕੀ ਰਚਿਆ ਗਿਆ। ਸੋ ਪਹਿਲਾ ਪਤਰਸ ਉਹਦਾ ਪਹਿਲਾ ਅਧਿਆਇ ਉਹਦੀ 10ਵੀਂ ਤੋਂ 12ਵੀਂ ਆਇਤ ਚ ਲਿਖਿਆ, 11 ਤੱਕ ਪੜਾਂਗਾ। ਇਸੇ ਮੁਕਤੀ ਦੇ ਵਿਖੇ ਉਹਨਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ, ਜਿਨ੍ਹਾਂ ਉਸ ਕਿਰਪਾ ਦੇ ਵਿਖੇ ਜੋ ਸਾਡੇ ਉੱਤੇ ਹੋਣ ਵਾਲੀ ਸੀ ਅਗੰਬਾ ਕੀਤਾ। ਸੋ ਜਿੰਨੇ ਵੀ ਨਬੀ ਸੀਗੇ ਜੋ ਸਾਡੇ ਤੇ ਕਿਰਪਾ ਹੋਣ ਵਾਲੀ ਸੀ ਉਹਨਾਂ ਦੇ ਬਾਰੇ ਉਹਨਾਂ ਨੇ ਭਵਿੱਖਬਾਣੀ ਕੀਤੀ, ਉਹਨਾਂ ਬਾਰੇ ਦੱਸਿਆ। ਕਿਰਪਾ ਕਿਹੜੀ ਸੀ? ਕਿ ਯਿਸੂ ਮਸੀਹ ਮੁਕਤੀਦਾਤਾ ਇਸ ਦੁਨੀਆ ਤੇ ਕੀ ਆਉਣ ਵਾਲੇ ਹਨ। ਕੱਲ ਦੁਆਰਾ ਦੱਸਿਆ ਗਿਆ ਉਹਨਾਂ ਨੇ ਪਵਿੱਤਰ ਆਤਮਾ ਦੁਆਰਾ ਨਬੀਆਂ ਨੇ ਕੀ ਨਬੂਵਤਾਂ ਕੀਤੀਆਂ, ਨਬੀਆਂ ਨੇ ਕੀ ਅਗੰਬਾ ਕੀਤੇ, ਨਬੀਆਂ ਨੇ ਭਵਿੱਖਬਾਣੀਆਂ ਕੀਤੀਆਂ। 11ਵੀਂ ਅਧ ਲਿਖਿਆ, ਅਤੇ ਉਹ ਇਹ ਖੋਜ ਵਿਚਾਰ ਕਰਦੇ ਸਨ ਵੀ ਮਸੀਹ ਦਾ ਆਤਮਾ ਜਿਹੜਾ ਉਹਨਾਂ ਵਿੱਚ ਸੀ, ਜਦ ਮਸੀਹ ਦੀਆਂ ਦੁੱਖਾਂ ਅਤੇ ਉਹਨਾਂ ਦੇ ਪਿੱਛੋਂ ਦੀ ਮਹਿਮਾ ਦੇ ਵਿਖੇ ਅੱਗੋਂ ਹੀ ਸਾਖੀ ਦਿੱਤੀ ਸੀ, ਤਦ ਉਹ ਕਿਹੜੇ ਅਥਵਾ ਕਿਹੋ ਜਿਹੇ ਸਮੇਂ ਦਾ ਪਤਾ ਦਿੰਦਾ ਸੀ। ਸੋ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਹੀ ਕੀ ਉਹਨਾਂ ਨੇ ਕੀਆ ਗਵਾਹੀ ਕੀਆ ਦੇਤੀ ਸੀਗੀ। ਪਹਿਲਾਂ ਹੀ ਉਹਨਾਂ ਨੇ ਯਿਸੂ ਮਸੀਹ ਦੇ ਦੁੱਖਾਂ ਦੇ ਬਾਰੇ ਕੀਆ ਅਗੰਬਾ ਕੀਆ ਕਰ ਦਿੱਤੇ ਸੀਗੇ। ਤੇ ਉਹੀ ਪਵਿੱਤਰ ਆਤਮਾ ਤੁਹਾਡੇ ਵਿੱਚ ਪੌਲੁਸ ਕਹਿੰਦਾ ਵਸਦਾ ਹੈ। ਉਹਨੇ ਤੁਹਾਨੂੰ ਬੁੱਧ ਦਿੱਤਾ ਹੈ, ਗਿਆਨ ਕੀਆ ਦਿੱਤਾ ਹੋਇਆ ਆ, ਜਿਹੜਾ ਕੀਆ ਤੁਹਾਡੇ ਆਉਣ ਤੋਂ ਪਹਿਲਾਂ ਵੀ ਕੀਆ ਉਹ ਪਵਿੱਤਰ ਆਤਮਾ ਸੀਗਾ, ਜਿਹੜਾ ਜਦੋਂ ਆਕਾਸ਼ ਤੇ ਧਰਤੀ ਨੂੰ ਰਚਿਆ ਗਿਆ ਉਹ ਪਵਿੱਤਰ ਆਤਮਾ ਸੀਗਾ, ਜਿਸ ਦੇ ਦੁਆਰਾ ਦੁਨੀਆ ਬਣਾਈ ਗਈ ਉਸ ਪਵਿੱਤਰ ਆਤਮਾ। ਇਹ ਦੇਖੋ ਵੀ ਕਿੰਨਾ ਵਿਜ਼ਡਮ, ਕਿੰਨੀ ਸਮਝ ਜਿਹੜੀ ਹੈਗੀ ਆ ਜਦੋਂ ਪ੍ਰਭੂ ਦਾ ਆਤਮਾ ਤੁਹਾਡੇ ਵਿੱਚ ਆਉਂਦਾ ਆ, ਤੇ ਉਹ ਜਦੋਂ ਪਵਿੱਤਰ ਆਤਮਾ ਆਉਂਦਾ ਤੁਹਾਡੇ ਵਿੱਚ ਆ ਜਾਂਦਾ, ਕਿੰਨੀ ਸਮਝ ਆ ਜਾਂਦੀ ਹੈਗੀ ਆ। ਕਿਉਂਕਿ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਆਕਾਸ਼ ਬਣੇ, ਸਭ ਕੁਝ ਬਣਿਆ ਗਿਆ, ਜਾਨਵਰ ਬਣੇ, ਦਰਖਤ ਬਣੇ, ਸਾਰੀਆਂ ਚੀਜ਼ਾਂ ਬਣੀਆਂ, ਤੇ ਪਵਿੱਤਰ ਆਤਮਾ ਦੀ ਹੀ ਸ਼ਕਤੀ ਦੇ ਨਾਲ, ਪਵਿੱਤਰ ਆਤਮਾ ਦੇ ਦੁਆਰਾ ਹੀ ਅਸੀਂ ਕੀ ਪਾਉਂਦੇ ਗਿਆ ਨਵਾਂ ਜਨਮ ਕੀਆ ਪਾਉਂਦੇ ਹੈਗੇ ਆ। ਜਿਹੜਾ ਆਤਮਾ ਤੋਂ ਜੰਮਿਆ ਆਤਮਾ, ਜਿਹੜਾ ਸਰੀਰ ਤੋਂ ਜੰਮਿਆ ਸਰੀਰ ਆ, ਜਦੋਂ ਤੁਸੀਂ ਆਪਣੇ ਮਾਤਾ ਦੇ ਪੇਟ ਦੇ ਵਿੱਚੋਂ, ਕੁੱਖ ਦੇ ਵਿੱਚੋਂ ਜਨਮ ਲੈਂਦੇ ਹੋ ਉਹ ਸਰੀਰ ਦਾ ਜਨਮ ਆ, ਪਰ ਜਦੋਂ ਤੁਸੀਂ ਆਤਮਾ ਤੋਂ ਜੰਮਣਾ ਆ ਉਹ ਪਵਿੱਤਰ ਆਤਮਾ ਦੇ ਦੁਆਰਾ ਕੀ ਤੁਸੀਂ ਜੰਮਣਾ ਹੈਗਾ। ਇਹ ਸਿਰਫ ਪਵਿੱਤਰ ਆਤਮਾ ਦੁਆਰਾ ਹੀ ਹੋ ਸਕਦਾ ਹੈਗਾ ਆ। ਤਾਂ ਹੀ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀਗਾ ਜੇਕਰ ਜਿਹੜਾ ਆਤਮਾ ਤੋਂ ਜੰਮਿਆ ਆ ਉਹ ਆਤਮਾ, ਜਿਹੜਾ ਸਰੀਰ ਤੋਂ ਜੰਮਿਆ ਉਹ ਕੀ ਆ ਸਰੀਰ ਆ। ਜੇਕਰ ਤੁਸੀਂ ਸਵਰਗ ਦੇ ਰਾਜ ਜਾਣਾ ਚਾਹੁੰਦੇ ਹੈਗੇ ਆ ਤਾਂ ਤੁਹਾਨੂੰ ਆਤਮਾ ਦੇ ਦੁਆਰਾ ਜਨਮ ਲੈਣ ਦੀ ਕੀ ਆ ਜ਼ਰੂਰਤ ਹੈ। ਹਾਲੇਲੂਇਆ, ਹਾਲੇਲੂਇਆ। ਪਵਿੱਤਰ ਆਤਮਾ ਸਾਨੂੰ ਸਿਰਫ ਪ੍ਰਭੂ ਯਿਸੂ ਵੱਲ ਆਕਰਸ਼ਿਤ ਹੀ ਨਹੀਂ ਕਰਦੇ, ਬਲਕਿ ਸਾਨੂੰ ਮਸੀਹ ਨਾਲ ਇੱਕ ਕਰਦੀ ਹੈ। ਸੋ ਪਵਿੱਤਰ ਆਤਮਾ ਸਾਨੂੰ ਮਸੀਹ ਦੇ ਨਾਲ ਇੱਕ ਕਰਦਾ ਹੈ। ਕੱਲਾ ਇਸ ਤਰ੍ਹਾਂ ਨਹੀਂ ਕਿ ਸਾਨੂੰ ਆਕਰਸ਼ਿਤ ਕਰਦਾ ਜਾਂ ਸਾਨੂੰ ਪ੍ਰਭੂ ਦੇ ਵੱਲ ਕੀ ਖਿੱਚ ਕੇ ਲੈ ਜਾਂਦਾ ਹੈਗਾ ਆ, ਜਾਂ ਸਾਨੂੰ, ਪਰ ਉਹਨੂੰ ਕੀ ਕਰਦਾ ਆ, ਸਾਨੂੰ ਇੱਕ ਕਰ ਦਿੰਦਾ ਹੈਗਾ ਆ। ਅਸੀਂ ਉਹਦੇ ਨਾਲ ਜੁੜ ਜਾਂਦੇ ਹੈਗੇ ਆ। ਸਾਡੀਆਂ ਉਹ ਪਰਮੇਸ਼ਰ ਦੀਆਂ, ਯਿਸੂ ਮਸੀਹ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਆ ਉਹ ਸਾਡੇ ਦਿਲ ਦੇ ਵਿੱਚ ਆ ਜਾਂਦੀਆਂ, ਕਿਉਂਕਿ ਯਿਸੂ ਮਸੀਹ ਆਤਮਾ ਦੇ ਦੁਆਰਾ ਸਾਡੇ ਵਿੱਚ ਕੀ ਆ ਬਸ ਗਿਆ ਹੈਗਾ ਆ। ਫਿਰ ਅਸੀਂ ਯਿਸੂ ਮਸੀਹ ਦੇ ਨਾਲ ਇੱਕ ਰੂਹ, ਇੱਕ ਜਿਸਮ ਜਾਣ ਕੀ ਆ ਉਹ ਜਾਣੇ ਆ। ਤੇ ਸਾਨੂੰ ਸਿਰਫ ਇਹ ਸਮਝਣ ਦੀ ਜ਼ਰੂਰਤ ਹੈਗੀ ਆ ਕਿ ਪਰਮੇਸ਼ਵਰ ਨੇ ਸਾਨੂੰ ਕੀ ਆ ਆਪਣਾ ਆਤਮਾ ਕੀ ਆ ਦਿੱਤਾ ਹੋਇਆ ਹੈ। ਹਾਲੇਲੂਇਆ, ਗਲੋਰੀ ਟੂ ਗॉड ਇਨ ਜੀਸਸ ਨੇਮ। ਸੋ ਸਾਨੂੰ ਇਸ ਤੋਂ ਸਿੱਖਣ ਦੀ ਜ਼ਰੂਰਤ ਆ, ਅਸੀਂ ਕਿਸ ਤਰ੍ਹਾਂ ਪਵਿੱਤਰ ਆਤਮਾ ਦੀ ਵਡਿਆਈ ਕਰ ਸਕਦੇ ਹਾਂ, ਹਨਾ। ਸਾਨੂੰ ਇਹ ਸਿੱਖਣ ਦੀ ਜ਼ਰੂਰਤ ਆ। ਸੋ ਪਵਿੱਤਰ ਆਤਮਾ ਤਾਂ ਕਹਿੰਦਾ ਨਹੀਂ ਮੇਰੀ ਵਡਿਆਈ ਕਰੋ, ਪਰ ਅਸੀਂ ਕਿਸ ਤਰ੍ਹਾਂ ਪਵਿੱਤਰ ਆਤਮਾ ਦੀ ਵਡਿਆਈ ਕਰ ਸਕਦੇ ਹਾਂ? ਜਦੋਂ ਅਸੀਂ ਯਿਸੂ ਮਸੀਹ ਨੂੰ ਇੱਜ਼ਤ ਮਾਣ ਦੇਣਾ ਸ਼ੁਰੂ ਕਰ ਦਿੰਦੇ ਹਾਂ। ਯਿਸੂ ਮਸੀਹ ਨੂੰ ਕਿਸ ਤਰ੍ਹਾਂ ਇੱਜ਼ਤ ਦੇ ਸਕਦੇ? ਜਿੱਦਾਂ ਆਪਣੇ ਮਾਤਾ ਪਿਤਾ ਨੂੰ ਇੱਜ਼ਤ ਦਿੰਦੇ ਹੈਗੇ ਆ, ਜਿਸ ਤਰ੍ਹਾਂ ਕਿ ਉਹਨਾਂ ਦੇ ਪੈਰੀਂ ਹੱਥ ਲਾਤਾ, ਜਾਂ ਹਾਂਜੀ ਕਹਿ ਕੇ ਬੁਲਾਤਾ, ਜਾਂ ਆਪਾਂ ਕੋਸ਼ਿਸ਼ ਕਰਦੇ ਹਾਂ ਕਈ ਤਰ੍ਹਾਂ ਦੀ ਇੱਜ਼ਤ ਦੇਣ ਦੀ, ਜਾਂ ਕੋਈ ਗਲਤ ਕੰਮ ਕਰਨਾ ਪਰ ਉਹਨਾਂ ਦੇ ਸਾਹਮਣੇ ਨਹੀਂ ਕਰਨਾ। ਜੀ ਮੈਂ ਆਪਣੇ ਮਾਪੇ ਦੀ ਇੱਜ਼ਤ ਕਰਦਾ, ਮੈਂ ਕੀ ਗਲਤ ਕੰਮ ਮਾਤਾ ਪਿਤਾ ਦੇ ਸਾਹਮਣੇ ਕੀ ਨਹੀਂ ਕਰਨਾ। ਇਸ ਤਰ੍ਹਾਂ ਦੀ ਇੱਜ਼ਤ ਨਹੀਂ ਹੈਗੀ। ਪਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਆ ਤਾਂ ਤੁਸੀਂ ਮੇਰੇ ਹੁਕਮਾਂ ਦੇ ਉੱਤੇ ਕੀ ਚੱਲੋਗੇ। ਯਿਸੂ ਮਸੀਹ ਨੇ ਕਿਹਾ ਮੈਂ ਅੰਗੂਰ ਦੀ ਵੇਲ ਹਾਂ, ਮੈਂ ਸੱਚੀ ਅੰਗੂਰ ਦੀ ਵੇਲ ਹਾਂ, ਤੇ ਤੁਸੀਂ ਮੇਰੀਆਂ ਕੀਆਂ ਟਾਹਣੀਆਂ ਆ।
ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆ ਤਾਂ ਤੁਸੀਂ ਫਲਦਾਰ ਕੀ ਹੋਵੋਗੇ। ਕਿ ਮਤਲਬ ਕੀ ਆ, ਤੁਸੀਂ ਬਚਨ ਦੇ ਉੱਤੇ ਚੱਲੋਗੇ ਤੇ ਉਹਦਾ ਕੀ ਆ, ਰਿਜ਼ਲਟ ਵੀ ਤੁਹਾਨੂੰ ਕੀ ਆ ਮਿਲੇਗਾ, ਜੇਕਰ ਤੁਸੀਂ ਯਿਸੂ ਮਸੀਹ ਦੇ ਨਾਲ ਕੀ ਆ ਜੁੜੇ ਹੋਏ ਹੈਗੇ ਆ। ਸੋ ਜੇਕਰ ਤੁਸੀਂ ਪਵਿੱਤਰ ਆਤਮਾ ਨੂੰ ਇੱਜ਼ਤ ਦੇਣਾ ਚਾਹੁੰਦੇ ਹੈਗੇ ਆ ਤਾਂ ਤੁਹਾਨੂੰ ਯਿਸੂ ਮਸੀਹ ਨੂੰ ਇੱਜ਼ਤ ਦੇਣੀ ਪੈਣੀ ਆ, ਕਿਉਂਕਿ ਪ੍ਰਭੂ ਯਿਸੂ ਮਸੀਹ ਇਹ ਜੋ ਆਤਮਾ ਆ ਇਹ ਯਿਸੂ ਦਾ ਹੀ ਆਤਮਾ ਆ। ਜਿਸ ਤਰ੍ਹਾਂ ਤੁਹਾਡਾ ਆਤਮਾ, ਤੁਹਾਡਾ ਮਨ ਤੁਹਾਡੇ ਤੋਂ ਵੱਖਰਾ ਨਹੀਂ ਹੋ ਸਕਦਾ, ਤੁਹਾਡੇ ਸਰੀਰ ਤੋਂ ਵੱਖਰਾ ਨਹੀਂ ਹੋ ਸਕਦਾ, ਇਸੇ ਤਰ੍ਹਾਂ ਜੋ ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਉਹ ਕੀ ਆ, ਵੱਖਰੇ ਨਹੀਂ ਹੋ ਸਕਦੇ। ਜਿਸ ਦਿਨ ਜਦੋਂ ਤੁਹਾਡਾ ਸਰੀਰ ਆ ਜਿਸ ਦਿਨ ਵੱਖਰਾ ਹੋ ਜਾਵੇਗਾ ਉਸ ਦਿਨ ਤੁਸੀਂ ਖਤਮ ਹੋ ਜਾਓਗੇ। ਜੇਕਰ ਪਰਮੇਸ਼ਰ, ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਇੱਕ ਦੂਸਰੇ ਤੋਂ ਖਤਮ ਹੋ ਜਾਣਗੇ, ਸਭ ਕੁਝ ਖਤਮ ਹੋ ਜਾਵੇਗਾ। ਇਹ ਕਦੇ ਵੀ ਨਹੀਂ ਹੋਵੇਗਾ, ਕਿਉਂਕਿ ਉਹ ਇੱਕ ਹੈਗੇ ਆ, ਉਹ ਪਵਿੱਤਰ ਆ। ਸਾਡੇ ਨਾਲ ਕਿਉਂ ਹੋਇਆ, ਆਦਮ ਦੇ ਨਾਲ ਕਿਉਂ ਹੋਇਆ, ਮੌਤ ਕਿਉਂ ਆਈ? ਕਿਉਂਕਿ ਆਦਮ ਨੇ ਕੀ ਕਰ ਲਿਆ, ਪਾਪ ਕਰ ਲਿਆ। ਉਹ ਇਸ ਕਰਕੇ ਨਹੀਂ ਬਣਾਇਆ ਗਿਆ ਸੀਗਾ ਕਿ ਉਹ ਇਨਸਾਨ ਦੀ ਮੌਤ ਹੋਵੇ, ਪਰ ਉਹ ਸਦਾ ਦੇ ਰਹਿਣ ਦੇ ਲਈ ਕੀ ਆ ਬਣਾਇਆ ਗਿਆ ਸੀ, ਕਿਉਂਕਿ ਉਹਨੇ ਗੁਨਾਹ ਕੀਤਾ, ਇਸ ਕਾਰਨ ਮੌਤ ਉਹਦੇ ਤੇ ਆ ਗਈ। ਤੇ ਜੋ ਮੌਤ ਹੈਗੀ ਆ ਉਹ ਸਾਨੂੰ ਨਵੇਂ ਸਰੀਰ ਦੇ ਲਈ ਤਿਆਰ ਕਰਦੀ ਹੈ, ਕਿਉਂਕਿ ਜੋ ਪੁਰਾਣਾ ਸਰੀਰ ਆ ਉਹ ਖਤਮ ਹੋਣਾ ਹੈਗਾ, ਤਾਂ ਕਿ ਤੁਹਾਨੂੰ ਦੁਬਾਰਾ ਸਰੀਰ ਛੱਡਣ ਦੀ ਜ਼ਰੂਰਤ ਨਾ ਪਵੇ। ਸੋ ਅਸੀਂ ਕਿਹਦੀ ਵਡਿਆਈ ਕਰਨੀ ਆ? ਅਸੀਂ ਯਿਸੂ ਦੀ ਵਡਿਆਈ ਕਰਨੀ ਆ। ਜੇਕਰ ਅਸੀਂ ਪਵਿੱਤਰ ਆਤਮਾ ਦੀ ਕੀ ਵਡਿਆਈ ਕਰਨੀ ਆ, ਯਿਸੂ ਦੀ ਵਡਿਆਈ ਕਰਨੀ ਆ। ਕਿਸ ਤਰ੍ਹਾਂ ਵਡਿਆਈ ਕਰਦੇ ਯਿਸੂ ਮਸੀਹ ਦੀ? ਉਹਦੇ ਬਚਨਾਂ ਤੇ ਚੱਲ ਕੇ। ਉਸ ਦੇ ਬਚਨਾਂ ਨੂੰ ਕਿੱਦਾਂ ਚੱਲ ਸਕਦੇ ਹੈਗੇ ਆ? ਜੇਕਰ ਤੁਸੀਂ ਉਸ ਦੇ ਬਚਨਾਂ ਨੂੰ ਪੜੋਗੇ, ਜਾਣੋਗੇ ਕਿ ਉਹਦੇ ਹੁਕਮ ਕੀ ਹਨ। ਜਿਸ ਤਰ੍ਹਾਂ ਤੁਸੀਂ ਕਿਸੇ ਕੰਪਨੀ 'ਚ ਜਾਂਦੇ ਆ, ਤੁਸੀਂ ਕਿਤੇ ਕੰਮ ਤੇ ਜਾਂਦੇ ਆ, ਉਹ ਤੁਹਾਨੂੰ ਦੱਸਦੇ ਆ ਸਾਡੇ ਆਹ ਕਾਨੂੰਨ ਆ, ਇਹਨਾਂ ਕਾਨੂੰਨਾਂ 'ਚ ਤੁਹਾਨੂੰ ਚੱਲਣਾ ਪੈਣਾ ਹੈ। ਜੇ ਨਹੀਂ ਚੱਲੋਗੇ ਤਾਂ ਤੁਹਾਨੂੰ ਇਸ ਤੋਂ ਕੀ ਕੱਢ ਦਿੱਤਾ ਜਾਵੇਗਾ। ਸੋ ਤੁਸੀਂ ਉਹ ਰੂਲ ਜਿਹੜੇ ਹੈਗੇ ਉਹ ਤੁਸੀਂ ਫੋਲੋ ਕਰਦੇ ਆ। ਸੋ ਰੂਲ ਕਿੱਥੋਂ ਪਤਾ ਲੱਗਦੇ ਆ? ਉਹ ਤੁਹਾਨੂੰ ਪਹਿਲਾਂ ਥੋੜਾ ਚਿਰ ਤੁਹਾਨੂੰ ਕੋਰਸ ਕਰਾਉਂਦੇ ਆ, ਉਹਦੇ ਬਾਰੇ ਦੱਸਦੇ ਆ, ਇੰਡਕਸ਼ਨਸ ਹੁੰਦੀਆਂ ਆ, ਉਹ ਤੁਹਾਨੂੰ ਦੱਸਦੇ ਆ ਚੀਜ਼ਾਂ ਸਾਡੇ ਰੂਲਸ ਹਨ, ਇਸ ਤਰ੍ਹਾਂ ਤੁਸੀਂ ਕੰਮ ਕਰਨਾ, ਤੁਸੀਂ ਇਸ ਤਰ੍ਹਾਂ ਕਰਨੀ, ਇਸ ਤਰ੍ਹਾਂ ਕਰਨੀ। ਸੋ ਜਦੋਂ ਅਸੀਂ ਉਹ ਫੋਲੋ ਕਰਦੇ ਹੈਗੇ ਆ ਤਾਂ ਸਾਡੇ ਤੋਂ ਖੁਸ਼ ਰਹਿੰਦੇ ਹੈਗੇ ਆ। ਇਸੇ ਤਰ੍ਹਾਂ ਜੇਕਰ ਅਸੀਂ ਯਿਸੂ ਮਸੀਹ ਨੂੰ ਖੁਸ਼ ਕਰਨਾ ਚਾਹੁੰਦੇ ਹੈਗੇ ਆ, ਤੁਹਾਨੂੰ ਬਾਈਬਲ ਨੂੰ ਪੜ੍ਹਨਾ ਪੈਣਾ ਆ। ਬਾਈਬਲ ਦੀ ਉਹ ਜਿਹੜੀਆਂ ਚੀਜ਼ਾਂ ਹਨ ਉਹਨਾਂ ਨੂੰ ਆਪਣੇ ਦਿਲਾਂ ਦੇ ਉੱਤੇ ਲਿਖਣਾ ਪੈਣਾ ਆ। ਜੇ ਤੁਸੀਂ ਆਪਣੇ ਦਿਲ ਦੇ ਉੱਤੇ ਉਹਨੂੰ ਲਿਖੋਗੇ ਤੇ ਫਿਰ ਤੁਸੀਂ ਉਹਨੂੰ ਚੱਲੋਗੇ, ਉਹਦੇ ਤੇ ਚੱਲੋਗੇ, ਤਾਂ ਫਿਰ ਇਸ ਤਰ੍ਹਾਂ ਤੁਸੀਂ ਯਿਸੂ ਮਸੀਹ ਦੀ ਕੀ ਕਰਦੇ ਆ? ਵਡਿਆਈ ਕਰਦੇ ਆ। ਸਿਰਫ ਮੂੰਹ ਦੇ ਨਾਲ ਹੀ ਵਡਿਆਈ ਨਹੀਂ ਕਰਨੀ ਹੈਗੀ ਕਿ ਹਾਲੇਲੂਇਆ ਪ੍ਰਭੂ ਤੇਰੀ ਵਡਿਆਈ ਹੋਵੇ, ਇਹਨਾਂ ਇਨਫ ਨਹੀਂ ਹੈਗਾ, ਬਲਕਿ ਆਪਣੇ ਕੰਮਾਂ ਦੇ ਦੁਆਰਾ ਅਸੀਂ ਪ੍ਰਭੂ ਯਿਸੂ ਮਸੀਹ ਦੀ ਕੀ ਕਰਨੀ ਆ? ਵਡਿਆਈ ਕਰਨੀ ਆ। ਪ੍ਰਭੂ ਯਿਸੂ ਮਸੀਹ ਨੇ ਵੀ ਕਿਹਾ, ਹੇ ਪਿਤਾ ਮੈਂ ਆਪਣੇ ਕੰਮਾਂ ਦੇ ਦੁਆਰਾ ਤੇਰੀ ਵਡਿਆਈ ਕਰਨੀ ਆ। ਯਿਸੂ ਮਸੀਹ ਨੇ ਆਪਣੇ ਕੰਮਾਂ ਦੇ ਦੁਆਰਾ ਵਡਿਆਈ ਕੀਤੀ ਆ। ਜੋ ਯਿਸੂ ਮਸੀਹ ਨੂੰ ਪਰਮੇਸ਼ਵਰ ਨੇ ਕੰਮ ਦਿੱਤਾ ਸੀ, ਉਹ ਕੰਮ ਪਰਮੇਸ਼ਵਰ ਯਿਸੂ ਮਸੀਹ ਨੇ ਕੀ ਕੀਤਾ? ਪੂਰਾ ਕੀਤਾ। ਤੇ ਉਸ ਦੇ ਨਾਲ ਕਿਹਨੂੰ ਵਡਿਆਈ ਮਿਲੀ? ਪਰਮੇਸ਼ਵਰ ਨੂੰ ਵਡਿਆਈ ਮਿਲੀ। ਜਦੋਂ ਅਸੀਂ ਵੀ ਉਹ ਕੰਮ ਪੂਰਾ ਕਰਦੇ ਆ ਜਿਹੜਾ ਯਿਸੂ ਨੇ ਸਾਨੂੰ ਦਿੱਤਾ ਹੋਇਆ ਹੈਗਾ, ਜਦੋਂ ਅਸੀਂ ਪੂਰਾ ਕਰਦੇ ਤਾਂ ਯਿਸੂ ਨੂੰ ਵਡਿਆਈ ਕੀ ਆ? ਮਿਲਦੀ ਆ। ਤੇ ਜਦੋਂ ਯਿਸੂ ਮਸੀਹ ਨੂੰ ਵਡਿਆਈ ਮਿਲਦੀ ਆ ਤੇ ਉਦੋਂ ਪਵਿੱਤਰ ਆਤਮਾ ਨੂੰ ਵਡਿਆਈ ਕੀ ਆ? ਮਿਲਦੀ ਆ, ਕਿਉਂਕਿ ਜੋ ਪਵਿੱਤਰ ਆਤਮਾ ਆ ਉਹ ਯਿਸੂ ਮਸੀਹ ਦਾ ਹੀ ਕੀ ਆ? ਆਤਮਾ ਆ। ਅਸੀਂ ਜਾਣਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਆਕਾਸ਼ ਉੱਤੇ ਚਲੇ ਗਏ ਹਨ, ਪਰੰਤੂ ਪਵਿੱਤਰ ਆਤਮਾ ਪਰਮੇਸ਼ਵਰ ਦੇ ਰਾਜ ਦੇ ਕੰਮ ਨੂੰ ਕਰ ਰਿਹਾ ਹੈਗਾ ਆ। ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਦੇ ਸੱਜੇ ਹੱਥ ਬੈਠ ਗਏ ਆ, ਪਰ ਪਵਿੱਤਰ ਆਤਮਾ ਹਜੇ ਵੀ ਇਸ ਜਗ੍ਹਾ ਤੇ, ਇਸ ਧਰਤੀ ਦੇ ਉੱਤੇ ਪਰਮੇਸ਼ਵਰ ਦੇ ਰਾਜ ਨੂੰ ਕੀ ਆ? ਫੈਲਾ ਰਿਹਾ ਹੈਗਾ ਆ। ਤਾਂ ਹੀ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ, ਮੇਰਾ ਰਾਜ ਇਸ ਧਰਤੀ ਦਾ ਨਹੀਂ ਹੈਗਾ, ਮੇਰਾ ਰਾਜ ਦਿਲਾਂ ਦੇ ਉੱਤੇ ਆ। ਮੇਰਾ ਰਾਜ ਆਤਮਾ ਦਾ ਰਾਜ ਹੈਗਾ ਆ। ਜਦੋਂ ਪਤਰਸ ਤੇ ਯਹੂਨਾ ਕੀ ਆ, ਉਹ ਜਦੋਂ ਮੰਦਿਰ ਨੂੰ ਗਏ ਸੀਗੇ ਤੇ ਉੱਥੇ ਕੀ ਹੁੰਦਾ? ਜਦੋਂ ਉਹ ਜੋ ਇੱਕ ਗੇਟ ਸੀਗਾ ਜਿਹੜਾ ਸੋਨਾ ਕਹਾਉਂਦਾ ਸੀਗਾ, ਜਦੋਂ ਉੱਥੇ ਉਹ ਪਹੁੰਚੇ ਆ, ਉੱਥੇ ਪਹੁੰਚੇ ਤਾਂ ਉੱਥੇ ਕੀ ਦੇਖਦੇ ਆ? ਇੱਕ ਅਧਰੰਗੀ ਜਿਹੜਾ ਬੈਠਾ ਆ ਬਚਪਨ ਤੋਂ ਆ, ਜਿਹੜਾ ਕਿ ਕਦੀ ਵੀ ਉਸ ਮੰਦਿਰ ਦੇ ਅੰਦਰ, ਉਸ ਹੈਕਲ ਦੇ ਅੰਦਰ ਕਦੀ ਨਹੀਂ ਗਿਆ ਸੀਗਾ, ਤੇ ਉਹਨਾਂ ਦੀ ਵੱਲੋਂ ਦੇਖਦਾ ਆ ਵੀ ਸ਼ਾਇਦ ਮੈਨੂੰ ਮਿਲੇਗਾ। ਪਰ ਪਤਰਸ ਤੇ ਯਹੂਨਾ ਕਹਿੰਦੇ, ਸੋਨਾ ਚਾਂਦੀ ਤਾਂ ਸਾਡੇ ਕੋਲ ਨਹੀਂ ਹੈਗਾ, ਪਰ ਜੋ ਸਾਡੇ ਕੋਲ ਹੈਗਾ ਉਹ ਅਸੀਂ ਤੈਨੂੰ ਦਿੰਨੇ ਆ। ਯਿਸੂ ਮਸੀਹ ਨਾਸਰੀ ਦੇ ਨਾਮ ਦੇ ਨਾਲ ਚੱਲ ਤੁਰ। ਜੇ ਉਹਨਾਂ ਕੋਲ ਸੋਨਾ ਚਾਂਦੀ ਨਹੀਂ ਸੀ ਤਾਂ ਉਹਨਾਂ ਦੇ ਕੋਲ ਕੀ ਸੀਗਾ? ਉਹਨਾਂ ਦੇ ਕੋਲ ਪਰਮੇਸ਼ਵਰ ਦਾ ਕੀ ਸੀਗਾ? ਰਾਜ ਸੀਗਾ। ਹਾਲੇਲੂਇਆ। ਉਹ ਕਹਿੰਦੇ ਉਹ ਰਾਜ ਕਿੱਥੇ ਗਿਆ? ਜਦੋਂ ਉਹਨੇ ਦੇਖਿਆ ਵੀ ਉਹਦੇ ਉਹ ਕੁਛ ਪਾਉਣ ਦੀ ਇੱਛਾ ਕਰ ਰਿਹਾ ਆ, ਉਹਦੇ ਅੰਦਰ ਵਿਸ਼ਵਾਸ ਹੈਗਾ, ਤਾਂ ਉਹ ਪਰਮੇਸ਼ਵਰ ਦਾ ਰਾਜ, ਪਰਮੇਸ਼ਵਰ ਦਾ ਆਤਮਾ ਉਸ ਇਨਸਾਨ ਦੇ ਅੰਦਰ ਚਲਾ ਗਿਆ, ਤੇ ਉਹ ਇਨਸਾਨ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਗਿਆ। ਤੇ ਜਿਹੜਾ ਕਦੀ ਆਪਣੀ ਜ਼ਿੰਦਗੀ ਦੇ ਵਿੱਚ ਕੀ ਆ, ਉਸ ਮੰਦਿਰ ਦੇ ਵਿੱਚ, ਉਸ ਹੈਕਲ ਦੇ ਵਿੱਚ ਨਹੀਂ ਗਿਆ ਸੀ, ਤੇ ਉਹ ਉਸ ਦਿਨ ਅੰਦਰ ਜਾ ਕੇ ਨੱਚਣ ਟੱਪਣ ਲੱਗ ਪਿਆ। ਜੇ ਤੁਸੀਂ ਪੁਰਾਣਾ ਇਤਨਾਮਾ ਪੜ੍ਹਦੇ ਆ, ਜੇਕਰ ਕੋਈ ਬਿਮਾਰ ਹੁੰਦਾ ਸੀਗਾ ਜਾਂ ਕਿਸੇ ਨੂੰ ਕੋਈ ਅਧਰੰਗ ਹੁੰਦਾ ਸੀ, ਕੋੜ ਹੁੰਦਾ ਸੀਗਾ, ਉਹ ਹੈਕਲ ਦੇ ਵਿੱਚ ਕੀ ਆ?
नहीं जा सकता सीगा, ਉਹੀ जा सकता ਸੀ ਜਿਹੜਾ ਕੀ ਆ ਸਹੀ ਆ। ਸੋ परमेश्वर ने किया, यसु मसीह ने पतरस दे यूहन्ना दे द्वारा पवित्र आत्मा दे द्वारा पवित्र आत्मा दी किया हजूरी दे द्वारा वो किया परमेश्वर वो किया हैकल दे अंदर किया चला गया, क्योंकि परमेश्वर दा राज जिहड़ा हैगा पवित्र आत्मा दा ओहदे अंदर किया, यही अंदर आ गया। यही परमेश्वर दा राज हैगा। लोग चंगे हैं, ये परमेश्वर दा राज, चंगे हो रहे हैं, ये परमेश्वर दा राज है। लोगों को शांति मिल रही है, परमेश्वर दा राज है। उस लोग स्वर्ग दे विच जा रहे हैं, ये परमेश्वर दा राज है। ये लोग पवित्र आत्मा दा बपतिस्मा पा रहे हैं, यही परमेश्वर दा राज है कि मुड़ के पर तुसी परमेश्वर दे नाल कि तुसी एक हो गए हैं, परमेश्वर तुहाडे विच ते तुसी परमेश्वर दे विच आ। यसू मसीह ने कहा कि जे मेरियां गल्लां तुहाडे विच रहन ते तुसी मेरे किया चेले आ, तुसी मैनूं प्यार करदे हो। सो असीं किया परमेश्वर दे विच रहना है, उहदियां गल्लां नूं अपने विच रखना है, उहनां दे उत्ते किया चलना है। हालेलुया। पवित्र आत्मा सदा ਲਈ ਸਾਡੇ ਨਾਲ ਕੀਆ ਰਹਿੰਦਾ ਹੈ। ਸੋ ਪਵਿੱਤਰ ਆਤਮਾ ਕਦੀ ਵੀ ਤੁਹਾਨੂੰ ਕੀਆ ਨਹੀਂ ਛੱਡੇਗਾ। ਸੋ ਇਹ ਪਵਿੱਤਰ ਆਤਮਾ ਦੀ ਕੀ ਕੰਮ ਹੈ, ਸਾਨੂੰ ਸਿੱਖਣਾ ਪੈਣਾ, ਅਸੀਂ ਇਸ ਨੂੰ ਜਾਣਨਾ। ਉਹ ਕਿਉਂਕਿ ਪਰਮੇਸ਼ਰ ਦੇ ਬਚਨ ਦੇ ਵਿੱਚ ਲਿਖਿਆ, ਨਾ ਮੈਂ ਤੁਹਾਨੂੰ ਕਦੀ ਛੱਡਾਂਗਾ ਤੇ ਨਾ ਕਦੀ ਤਿਆਗਾਂਗਾ। ਜਦੋਂ ਪ੍ਰਭੂ ਯਿਸੂ ਮਸੀਹ ਅਸਮਾਨ ਤੇ ਉਠਾਇਆ ਗਿਆ, ਉਹਨਾਂ ਨੇ ਕਿਹਾ ਸੀਗਾ ਮਤੀ 28:18 ਦੇ ਵਿੱਚ, ਆਕਾਸ਼ ਅਤੇ ਧਰਤੀ ਦਾ ਸਾਰਾ ਅਖਤਿਆਰ ਮੈਨੂੰ ਦਿੱਤਾ ਗਿਆ ਆ, ਤੁਸੀਂ ਜਾਓ ਤੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ, ਉਹਨਾਂ ਨੂੰ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਕੀ ਦਿਓ, ਬਪਤਿਸਮਾ ਦਿਓ, ਅਤੇ ਯੁੱਗ ਦੇ ਅੰਤ ਤੱਕ ਹਰ ਵੇਲੇ ਮੈਂ ਤੁਹਾਡੇ ਕੀ ਆ ਨਾਲ ਆ। ਯੁੱਗ ਦੇ ਅੰਤ ਤੱਕ ਹਰ ਵੇਲੇ ਮੈਂ ਕੀ ਆ ਤੁਹਾਡੇ ਨਾਲ ਆ। ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਲ ਆ? ਪ੍ਰਭੂ ਯਿਸੂ ਮਸੀਹ ਪਵਿੱਤਰ ਆਤਮਾ ਦੀ ਹਜ਼ੂਰੀ ਦੇ ਦੁਆਰਾ ਕੀ ਆ ਤੁਹਾਡੇ ਨਾਲ ਆ, ਕਿਉਂਕਿ ਪਵਿੱਤਰ ਆਤਮਾ ਤੁਹਾਡੇ ਨਾਲ ਆ। ਸੋ ਜਦੋਂ ਪਵਿੱਤਰ ਆਤਮਾ ਤੁਹਾਡੇ ਨਾਲ ਆ ਤੇ ਯਿਸੂ ਮਸੀਹ ਹੀ ਕੀ ਆ ਤੁਹਾਡੇ ਨਾਲ ਆ। ਅਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰੀਏ ਕਿ ਪਵਿੱਤਰ ਆਤਮਾ ਦੂਰ ਹੋ ਜਾਈਏ, ਪਰ ਪਵਿੱਤਰ ਆਤਮਾ ਤੁਹਾਨੂੰ ਕਦੇ ਵੀ ਕੀ ਆ ਨਹੀਂ ਛੱਡੇਗਾ ਤੇ ਨਾ ਹੀ ਕਦੀ ਕੀ ਆ ਤਿਆਗੇਗਾ। ਹਾਲੇਲੂਇਆ, ਗਲੋਰੀ ਟੂ ਗॉड। ਹਾਲੇਲੂਇਆ, ਹਾਲੇਲੂਇਆ। ਮੈਂ ਪ੍ਰਾਰਥਨਾ ਕਰਦਾ ਕਿ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਹਮੇਸ਼ਾ ਤੁਹਾਡੇ ਨਾਲ ਹੋਵੇ। ਹਾਲੇਲੂਇਆ। ਪ੍ਰਭੂ ਜੀ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਸੰਭਾਲ ਕੇ ਰੱਖੋ ਪ੍ਰਭੂ ਯਿਸੂ ਮਸੀਹ। Thank you, Jesus. Thank you, Lord. Glory to God. Hallelujah. 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 Rabba Sikaria Ramando Roba Shika Rabba Sanda Ramanda Rabba Shinda Naka. Oh, hallelujah. Roba Karaba Shinda Rabba Shinda Rabba Karabara. Hallelujah. Thank you. Thank you.